Hello students. So today we'll be starting with a new topic which are the challenges in IoT. पिछले lectures ਵਿੱਚ ਆਪਾਂ basic understanding gain ਕੀਤੀ ਕਿ IoT ਕੀ ਹੁੰਦਾ ਹੈਗਾ, IoT ਦੇ basic building blocks ਕੀ ਨੇ। ਤਾਂ ਹੁਣ ਤੱਕ ਆਪਾਂ ਨੂੰ ਸਮਝ ਆ ਗਿਆ ਕਿ Internet of Things ਕੀ ਹੈ ਕਿ ਬਹੁਤ ਸਾਰੇ intelligent smart devices connected ਨੇ ਤੇ ਉਹ ਆਪਸ ਵਿੱਚ data exchange ਕਰਦੇ ਨੇ ਕੋਈ service provide ਕਰਨ ਵਾਸਤੇ, ਕੁਝ ਕਰਨ ਵਾਸਤੇ by using wireless connectivity most of the times। ਹੁਣ ਇਹ ਡੈਫੀਨੇਸ਼ਨ ਜੋ ਕਿ ਬਹੁਤ ਸਿੰਪਲ ਲੱਗਦੀ ਹੈ ਕਿ ਆਪਾਂ ਕੋਲ ਡਿਵਾਈਸਿਸ ਨੇ ਉਹ ਸਮਾਰਟ ਨੇ ਇਲੈਕਟ੍ਰੋਨਿਕਸ ਇੰਬੈਡਡ ਹੈ ਉਹਨਾਂ ਵਿੱਚ ਅਤੇ ਉਹ ਇੰਟੈਲੀਜੈਂਟਲੀ ਇੱਕ ਦੂਸਰੇ ਦੇ ਨਾਲ ਡੇਟਾ ਕਮਿਊਨੀਕੇਟ ਕਰ ਸਕਦੇ ਨੇ ਬਟ ਇਸ IoT ਨੂੰ ਇਨੇਬਲ ਕਰਨ ਲਈ ਵੀ ਪਿੱਛੇ ਕੁਝ ਬਹੁਤ ਸਾਰੇ ਚੈਲੰਜਸ ਹੋ ਸਕਦੇ ਨੇ IoT ਇਨਫਰਾਸਟਰਕਚਰ ਆਰਕੀਟੈਕਚਰ ਵਿੱਚ। ਸੋ ਲੈਟਸ ਸਟਾਰਟ ਅੰਡਰਸਟੈਂਡਿੰਗ ਕਿ ਚੈਲੰਜਸ ਕੀ ਹੋ ਸਕਦੇ ਨੇ। ਤਾਂ ਆਪਾਂ ਲੈਕਚਰ ਦੇ ਵਿੱਚ 7 ਮੇਜਰ ਚੈਲੰਜਸ ਕਵਰ ਕਰਾਂਗੇ। The security challenge, the privacy challenge, the data extraction from complex environments, connectivity, power requirements, complexity involved the storage। ਹੁਣ ਜਿਹੜਾ security ਤੇ privacy challenge ਹੈ ਇਹ ਸਭ ਤੋਂ important challenge ਹੈ। ਤਾਂ I'll be starting from the bottom of the ladder। मैं storage cloud ਤੋਂ ਸ਼ੁਰੂ ਕਰੂੰਗੀ ਤੇ ਸਭ ਤੋਂ ਇੰਪੋਰਟੈਂਟ ਚੈਲੰਜ ਸਿਕਿਉਰਿਟੀ ਵੱਲ ਨੂੰ ਆਉਂਗੀ ਬਿਕਾਜ਼ ਇਟ ਵੁੱਡ ਬੀ ਮੋਰ ਬੈਨੀਫੀਸ਼ੀਅਲ ਟੂ ਅੰਡਰਸਟੈਂਡ ਸਿਕਿਉਰਿਟੀ ਐਂਡ ਪ੍ਰਾਈਵੇਸੀ। ਤਾਂ ਲੈਟਸ ਸਟਾਰਟ। ਆਪਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਦੀ ਕਲਾਊਡ ਚੈਲੰਜ। ਉਹ ਕੀ ਚੈਲੰਜ ਹੈ? ਸਟੋਰੇਜ। ਹੁਣ ਸਟੋਰੇਜ ਦਾ ਕੀ ਮਤਲਬ ਹੈ? ਆਪਾਂ ਨੂੰ ਕੰਪਿਊਟਰ ਸਾਇੰਸ ਦੇ ਵਿੱਚ ਜਦ ਵੀ ਡਾਟਾ ਹੈ ਉਹਨੂੰ ਕਿਤੇ ਸਟੋਰ ਕਰਨਾ ਪੈਂਦਾ, ਜਿਵੇਂ ਆਪਣੇ ਕੋਲ ਲੈਪਟਾਪ ਹੈ, ਮੋਬਾਈਲ ਫੋਨ ਹੈ, ਵੀ ਸੇ ਕਿ ਸਾਡੇ ਕੋਲ ਉਹਦੇ ਵਿੱਚ ਆਪਾਂ ਡਰਾਈਵ ਪਾਈ ਹੋਈ ਹੈ, ਉਹਦੇ ਵਿੱਚ ਮੈਮਰੀ ਹੈ। ਮੈਮਰੀ ਕਿੰਨੇ ਦੀ ਹੁੰਦੀ ਹੈ? ਸਮਟਾਈਮਸ ਇਟਸ ਵੈਰੀ ਸਮੋਲ 1 GB 2 GB ਲੈਪਟਾਪਸ ਵਿੱਚ 4 GB ਐਂਡ ਵੀ ਥਿੰਕ ਦਿਸ gigabytes is a very big memory, right? But in case of IoT it's not where 1 or 2 devices are connected। ਆਪਾਂ ਕੋਲ millions of devices connected ਹੈ ਜੋ ਆਪਸ ਵਿੱਚ ਕੀ ਕਰਦੇ ਪਏ ਨੇ? ਡਾਟਾ ਐਕਸਚੇਂਜ ਕਰਦੇ ਪਏ ਨੇ which is the heart of IoT, that they are exchanging data, they are capturing data। ਉਹ ਡਾਟਾ ਕੈਪਚਰ ਕਰਦੇ ਪਏ ਨੇ, ਉਹ ਡਾਟਾ ਨੂੰ ਪ੍ਰੋਸੈਸ ਕਰਦੇ ਪਏ ਨੇ ਅਤੇ ਉਹ ਡਾਟਾ ਨੂੰ ਨੀਡ ਮੁਤਾਬਿਕ ਐਕਸਚੇਂਜ ਕਰਦੇ ਪਏ ਨੇ। ਹੁਣ ਇਹ ਸਾਰਾ ਡਾਟਾ ਕਿੱਥੇ ਸਟੋਰ ਕੀਤਾ ਜਾਵੇ? ਹੁਣ ਇਹ ਡਾਟਾ ਕੋਈ ਗੀਗਾਬਾਈਟਸ ਮੈਗਾਬਾਈਟਸ ਵਿੱਚ ਨਹੀਂ ਹੈ, ਟੈਰਾਬਾਈਟਸ ਪੀਟਾਬਾਈਟਸ, ਮਤਲਬ ਇਟ ਇਜ਼ ਅ ਹਿਊਜ ਅਮਾਊਂਟ ਆਫ ਡਾਟਾ ਹੀ ਡਾਟਾ ਹੈ। ਇਹਨੂੰ ਕਿੱਥੇ ਸਟੋਰ ਕੀਤਾ ਜਾਵੇ? ਤਾਂ ਆਪਾਂ ਮੋਸਟਲੀ IoT ਸਰਵਿਸਿਜ਼ ਵਿੱਚ ਕੀ ਕਹਿੰਦੇ ਨੇ ਕਿ ਵੀ ਹੈਵ ਦੀ ਆਪਸ਼ਨ ਆਫ ਯੂਜ਼ਿੰਗ ਅ ਕਲਾਊਡ। ਹੁਣ ਇਹ ਕਲਾਊਡ ਕੀ ਹੁੰਦਾ? ਫॉर ਯੂ ਸਟੂਡੈਂਟਸ ਇਟਸ ਅ ਨਿਊ ਟਰਮ। ਵਾਟ ਇਜ਼ ਅ ਕਲਾਊਡ? ਕਲਾਊਡ ਤੁਸੀਂ ਇੱਦਾਂ ਇਮੈਜਿਨ ਕਰੋ ਕਿ ਆਪਾਂ ਦੇ ਕੋਲ ਆਪਣੇ ਡਿਵਾਈਸ ਦੇ ਵਿੱਚ ਇੰਨੀ ਮੈਮਰੀ ਨਹੀਂ, ਮੇ ਬੀ ਆਪਣੇ ਡਿਵਾਈਸ ਦੇ ਵਿੱਚ ਗੀਗਾਬਾਈਟਸ ਮੈਮਰੀ ਹੋਵੇ ਜਾਂ ਸਮਥਿੰਗ ਲਾਈਕ ਦੈਟ, ਥੋੜ੍ਹੀ ਮੈਮਰੀ ਹੋਵੇ। ਜੇ ਆਪਾਂ ਨੂੰ ਪੀਟਾਬਾਈਟਸ ਟੈਰਾਬਾਈਟਸ ਦੇ ਵਿੱਚ ਮੈਮਰੀ ਚਾਹੀਦੀ ਹੈ, ਮੈਮਰੀ ਇਜ਼ ਐਕਸਪੈਂਸਿਵ ਟੂ ਬਾਏ, ਤਾਂ ਉਹ ਇੱਦਾਂ ਹੁੰਦਾ ਕਿ ਕੁਝ ਸਰਵਿਸ ਪ੍ਰੋਵਾਈਡਰਸ ਫੋਰ ਐਗਜ਼ਾਮਪਲ ਯੋਰ ਗੂਗਲ ਔਰ ਐਮਾਜ਼ੋਨ ਤੁਹਾਨੂੰ ਕੀ ਕਰਦੇ ਨੇ, ਆਪਣੀ ਇੱਕ ਸੈਂਟਰਲ ਪੁਆਇੰਟ ਦੇ ਉੱਤੇ ਉਹ ਮੈਮਰੀ ਕ੍ਰੀਏਟ ਕਰਦੇ ਨੇ ਜਿਹਨੂੰ ਕਹਿੰਦੇ ਨੇ ਕਲਾਊਡ। ਮਤਲਬ ਇੱਕ ਤੁਹਾਡੀ ਐਮਾਜ਼ੋਨ ਜਾਂ ਇੱਦਾਂ ਦੇ ਸਰਵਿਸ ਪ੍ਰੋਵਾਈਡਰਸ ਵੱਲੋਂ ਜਗ੍ਹਾ ਹੋਊਗੀ ਜਿੱਥੇ ਉਹਨਾਂ ਨੇ ਮੈਮਰੀ ਕ੍ਰੀਏਟ ਕੀਤੀ। ਉਹ ਹੁਣ ਮੈਮਰੀ ਕਿੱਦਾਂ ਕ੍ਰੀਏਟ ਕੀਤੀ? ਉਹ ਮਤਲਬ ਉਹਨਾਂ ਨੇ ਆਪਣੇ ਇਲੈਕਟ੍ਰੋਨਿਕ ਡਿਵਾਈਸਿਸ ਜਿਹੜੇ ਵੀ ਮੈਮਰੀ ਬਣਾਉਂਦੇ ਨੇ ਉਹ ਰੱਖੀ ਹੋਊਗੀ। ਉਹ ਤੁਹਾਨੂੰ ਉਹਦਾ ਐਡਰੈਸ ਕੁਛ ਪੇਮੈਂਟ ਲੈ ਕੇ ਦੇ ਦੇਣਗੇ ਅਤੇ ਤੁਸੀਂ ਆਪਣਾ ਡਾਟਾ ਉਸ ਜਗ੍ਹਾ 'ਤੇ ਸਟੋਰ ਕਰ ਸਕਦੇ ਹੋ। ਠੀਕ ਹੈ, ਡਾਟਾ ਉੱਥੇ ਭੇਜ ਸਕਦੇ ਹੋ ਜੇ ਤੁਹਾਡੇ ਆਪ ਦੇ ਡਿਵਾਈਸ ਵਿੱਚ ਇੰਨੀ ਮੈਮਰੀ ਨਹੀਂ ਹੈ ਕਿ ਤੁਸੀਂ ਉਹ ਡਾਟਾ ਸਟੋਰ ਕਰ ਦਿਓ। ਦੈਟ ਇਜ਼ ਵਾਈ ਇਟ ਇਜ਼ ਕੋਲਡ ਅ ਕਲਾਊਡ। ਜਿਵੇਂ ਕਲਾਊਡਸ ਆ ਫਾਰ ਅਵੇ ਫਰੋਮ ਅਸ, ਦੈਟ ਇਜ਼ ਅ ਫਾਰ ਅਵੇ ਮੈਮਰੀ ਜਿਹੜੀ ਤੁਹਾਨੂੰ ਕੋਈ ਸਰਵਿਸ ਪ੍ਰੋਵਾਈਡਰ ਕੁਛ ਪੈਸੇ ਲੈ ਕੇ ਸਰਵਿਸ ਦੇ ਰਿਹਾ ਕਿ ਤੁਸੀਂ ਉੱਥੇ ਡਾਟਾ ਸਟੋਰ ਕਰ ਸਕਦੇ ਹੋ। ਹੁਣ ਇੱਦਾਂ ਕਲਾਊਡ ਦੀਆਂ ਸਰਵਿਸਿਜ਼ ਤੁਸੀਂ ਅਵੇਲ ਕਰ ਸਕਦੇ ਹੋ। ਬਟ ਤਾਂ ਹੁਣ ਡਿਵਾਈਸਿਸ ਐਜ਼ ਵੀ ਡਿਸਕਸ IoT ਵਿੱਚ ਤਾਂ ਬਹੁਤ ਜ਼ਿਆਦਾ ਡਾਟਾ ਐਕਸਚੇਂਜ ਹੋ ਰਿਹਾ ਅਤੇ ਡਾਟਾ ਨੂੰ ਮੋਸਟਲੀ ਡਿਵਾਈਸ ਨਹੀਂ ਹੈਂਡਲ ਕਰ ਸਕਦਾ, ਤਾਂ ਯੂਜਲੀ ਇਹ ਕਲਾਊਡਸ 'ਤੇ ਸਟੋਰ ਹੁੰਦਾ। ਮਤਲਬ ਐਕਸਟਰਨਲ ਮੈਮਰੀਜ਼ ਜਿਹੜੀਆਂ ਕੋਈ ਸਰਵਿਸ ਪ੍ਰੋਵਾਈਡਰ ਪ੍ਰੋਵਾਈਡ ਕਰਦਾ ਉੱਥੇ ਸਟੋਰ ਹੁੰਦਾ। ਤਾਂ ਦਿਸ ਇਜ਼ ਵਨ ਆਫ ਦੀ ਚੈਲੰਜਸ ਆਈਡੈਂਟੀਫਾਈ ਕਰਨਾ ਕਿ ਜਿਹੜੇ ਡਿਫਰੈਂਟ ਸਰਵਿਸ ਪ੍ਰੋਵਾਈਡਰਸ ਨੇ ਆਪਾਂ ਕਿਹੜਾ ਕਲਾਊਡ ਯੂਜ਼ ਕਰਾਂਗੇ। ਅਤੇ ਸਭ ਤੋਂ ਪਹਿਲਾ ਕੁਐਸ਼ਨ ਕੀ ਆਪਾਂ ਨੂੰ ਕਲਾਊਡ ਦੀ ਜ਼ਰੂਰਤ ਹੈ ਵੀ? ਜੇ ਹੈ ਤਾਂ ਆਪਾਂ ਕਿਹੜਾ ਕਲਾਊਡ ਯੂਜ਼ ਕਰੀਏ, ਕਿਵੇਂ ਆਈਡੈਂਟੀਫਾਈ ਕਰੀਏ, ਉਹਦੇ ਕਿੰਨੇ ਪੈਸੇ ਲੱਗਣਗੇ? ਇੱਦਾਂ ਤਾਂ ਨਹੀਂ ਕਿ ਆਪਾਂ ਚਲੋ ਡਿਵਾਈਸ ਤਾਂ ਲੈ ਲਿਆ IoT ਇਨੇਬਲ, ਪਰ ਉਹ ਇੰਨਾ ਕੋਸਟਲੀ ਪੈ ਰਿਹਾ ਡਾਟਾ ਸਟੋਰ ਕਰਨ ਲਈ, ਵਾਈਫਾਈ ਕਨੈਕਟੀਵਿਟੀ, ਇਹ ਚੈਲੰਜ ਹੈ। ਉਹ ਕਿੰਨਾ ਕੋਸਟ ਰੱਖੂਗਾ? ਐਂਡ ਐਜ਼ ਆਈ ਜਸਟ ਸੈਡ ਕਿ ਡੂ ਵੀ ਰੀਅਲੀ ਨੀਡ ਅ ਕਲਾਊਡ? ਕੀ ਆਪਾਂ ਨੂੰ ਸੱਚੀ ਐਕਸਟਰਨਲ ਮੈਮਰੀ ਦੀ
ਜ਼ਰੂਰਤ ਹੈ ਕਿ ਨਹੀਂ। ਹੁਣ ਕਲਾਊਡ ਚੈਲੰਜ ਕਿਉਂ ਹੈ? ਪਹਿਲਾਂ ਤਾਂ ਆਪਾਂ ਉਹਨੂੰ ਫ੍ਰੀ ਆਫ ਕਾਸਟ ਜੇ ਅਵੇਲ ਕਰ ਰਹੇ ਹਾਂ, ਇਟਸ ਵੈਰੀ ਲਿਮਿਟਡ ਸਰਵਿਸ ਪ੍ਰੋਵਾਈਡਰ ਜਿਹੜੇ ਤੁਹਾਨੂੰ ਫ੍ਰੀ ਆਫ ਕਾਸਟ ਕਲਾਊਡ ਮਤਲਬ ਐਕਸਟਰਨਲ ਮੈਮਰੀ ਦੇਣਗੇ ਕਿ ਉੱਥੇ ਤੁਸੀਂ ਡੇਟਾ ਸਟੋਰ ਕਰ ਸਕਦੇ ਹੋ। ਸੈਕਿੰਡ, ਜੇ ਤੁਸੀਂ ਆਪਣਾ ਡਾਟਾ ਕਿਤੇ ਰੱਖ ਰਹੇ ਹੋ, ਉਸ ਡਾਟਾ ਨੂੰ ਉੱਥੇ ਰੱਖਣ ਦੇ ਵਿੱਚ ਸਿਕਿਉਰਿਟੀ ਹੈ। ਇੱਦਾਂ ਤਾਂ ਨਹੀਂ ਕਿ ਜਿਹੜਾ ਤੁਸੀਂ ਡਾਟਾ ਉੱਥੇ ਰੱਖਿਆ ਉਹਨੂੰ ਕੋਈ ਯੂਜ਼ ਕਰਕੇ ਆਪਣਾ ਬੈਨੀਫਿਟ ਕਰ ਸਕਦਾ, ਰਾਈਟ? ਜਾਂ ਜੇ ਉਹ ਕਲਾਊਡ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਿੱਥੇ ਤੁਸੀਂ ਡੇਟਾ ਸਟੋਰ ਕੀਤਾ, ਮੇਬੀ ਯੂ ਲੂਜ਼ ਯੋਰ ਇੰਟਾਇਰ ਡੇਟਾ ਜਿਹੜਾ ਤੁਸੀਂ ਉਸ ਪਲੇਸ 'ਤੇ ਰੱਖਿਆ ਹੋਇਆ ਸੀ। ਸੋ ਨੰਬਰ ਆਫ ਥਿੰਗਸ ਵਿਚ ਕਮ when you're keeping your crucial data at some other place in some external memory, and then there is cost also involved ਉਹਦੇ ਨਾਲ cost ਵੀ involved ਹੈ। ਤਾਂ one of the challenges IoT ਦੇ ਵਿੱਚ ਇਹ ਹੈ ਕਿਉਂਕਿ ਬਹੁਤ ਜ਼ਿਆਦਾ ਡਾਟਾ ਜਨਰੇਟ ਹੋ ਰਿਹਾ, ਇਟ ਇਜ਼ ਨੋਟ ਪੋਸੀਬਲ ਕਿ ਡਿਵਾਈਸ ਇੰਨਾ ਸਾਰਾ ਡਾਟਾ ਰੱਖ ਸਕੇ। ਡਾਟਾ ਕਿਹੜਾ 1 ਮਿੰਟ ਦਾ ਜਾਂ 1 ਡੇ ਦਾ ਡਾਟਾ ਤਾਂ ਕੰਟੀਨਿਊਸਲੀ ਜਨਰੇਟ ਅਤੇ ਐਕਸਚੇਂਜ ਹੋ ਰਿਹਾ। ਤਾਂ ਵੀ ਨੀਡ ਦੀ ਸਰਵਿਸ ਆਫ ਦੀ ਕਲਾਊਡ, ਵੀ ਨੀਡ ਟੂ ਸੀ ਵੇਰੀਅਸ ਪੈਰਾਮੀਟਰਸ ਕਿ ਆਪਾਂ ਕਿੱਥੇ ਰੱਖਣਾ ਹੈ, ਉਹਦੀ ਕੀ ਕੋਸਟ ਹੋਊਗੀ, ਉਹਦੇ ਨਾਲ ਰਿਲੇਟਡ ਸਿਕਿਉਰਿਟੀ ਕੀ ਹੈ, ਕਿਹੜਾ ਸਰਵਿਸ ਪ੍ਰੋਵਾਈਡਰ ਯੂਜ਼ ਕਰੀਏ। ਸੋ ਦੈਟਸ one of the challenges, the storage on the cloud. Next challenge ਆਉਂਦੀ ਹੈ complexity involved। ਹੁਣ IoT ਇੱਕ ਨਵੀਂ ਟੈਕਨੋਲੋਜੀ ਹੈ, ਆਪਾਂ ਡਿਵਾਈਸਿਸ ਨੂੰ ਸਮਾਰਟ ਬਣਾ ਰਹੇ ਹਾਂ, ਆਪਾਂ ਉਹਨਾਂ ਨੂੰ ਆਪਸ ਵਿੱਚ ਡੇਟਾ ਐਕਸਚੇਂਜ ਕਰਵਾ ਰਹੇ ਹਾਂ। ਤਾਂ ਕੰਪਲੈਕਸਿਟੀ ਕਿਉਂ ਹੈ? ਪਹਿਲਾਂ ਜਿਹੜਾ ਇੰਟਰਨੈਟ ਸੀ, ਐਜ਼ ਆਈ ਸੈਡ, ਇੰਟਰਨੈਟ ਕੀ ਸੀਗਾ? ਇਟ ਵਾਜ਼ ਇੰਟਰਕਨੈਕਸ਼ਨ ਆਫ ਕੰਪਿਊਟਰਸ ਡਾਟਾ ਐਕਸਚੇਂਜ ਕਰ ਰਹੇ ਸੀ, ਇੱਕੋ ਜਿਹੇ ਕੰਪਿਊਟਰ ਸੀ, ਇੱਕੋ ਜਿਹੇ ਡਿਵਾਈਸਿਸ ਸੀ ਕੰਪਿਊਟਰਸ। ਪਰ ਜਦ ਆਪਾਂ ਇੰਟਰਨੈਟ ਆਫ ਥਿੰਗਸ ਦੀ ਗੱਲ ਕਰ ਰਹੇ ਹਾਂ, ਆਪਾਂ ਸਿਰਫ ਉਹਦੇ ਵਿੱਚ ਕੰਪਿਊਟਰਸ ਦੀ ਗੱਲ ਨਹੀਂ ਕਰ ਰਹੇ, ਉਹਦੇ ਵਿੱਚ ਬਹੁਤ ਤਰ੍ਹਾਂ ਦੇ ਡਿਵਾਈਸਿਸ ਆ ਸਕਦੇ। ਤੁਹਾਡੇ ਛੋਟੇ ਡਿਵਾਈਸਿਸ ਸਮਾਰਟ ਵਾਚਿਸ ਆ ਸਕਦੀਆਂ ਨੇ, ਤੁਹਾਡੇ ਵੱਡੇ ਵੱਡੇ ਇੰਡਸਟਰੀਜ਼ ਦੇ ਡਿਵਾਈਸਿਸ ਆ ਸਕਦੇ ਨੇ ਜਿਨ੍ਹਾਂ ਨੂੰ ਤੁਸੀਂ ਇੰਟੈਲੀਜੈਂਸ, ਤੁਹਾਡੇ ਆਟੋਮੋਬਾਈਲਸ, ਕਾਰਸ ਐਕਸੈਕਟਰਾ ਆ ਸਕਦੀਆਂ ਨੇ ਜਿਹੜੀਆਂ ਇੰਟਰਨੈਟ ਇਨੇਬਲ ਨੇ, ਤੁਹਾਡੇ ਐਨੀਮਲ ਫਾਰਮਿੰਗ ਦੇ ਇੰਸਟਰੂਮੈਂਟਸ ਆ ਸਕਦੇ ਨੇ, ਟੈਕਨੋਲੋਜੀ ਆ ਸਕਦੇ, ਐਨੀਮਲਸ ਨੂੰ ਤੁਸੀਂ ਟੈਗ ਕੀਤਾ ਹੋ ਸਕਦਾ। ਤਾਂ ਡਿਵਾਈਸ ਇੱਕੋ ਜਿਹੇ ਡਿਵਾਈਸ ਨਹੀਂ ਕਨੈਕਟਡ ਹੈਗੇ, ਬਹੁਤ ਤਰ੍ਹਾਂ ਦੇ ਡਿਵਾਈਸਿਸ ਕਨੈਕਟਡ ਹੈ। ਤਾਂ ਜੇ ਦੇਖੋ ਇੰਨੀ ਵੈਰਾਈਟੀ ਆਫ ਡਿਵਾਈਸਿਸ ਕਨੈਕਟਡ ਨੇ, ਉਹਨਾਂ ਨੂੰ ਕਨੈਕਟ ਕਰਨ ਲਈ ਉਹਨਾਂ ਦੇ ਵਿੱਚ ਡਾਟਾ ਕਿੱਦਾਂ ਐਕਸਚੇਂਜ ਹੋਵੇ, ਕਿਹੜੇ ਪ੍ਰੋਟੋਕੋਲਸ ਯੂਜ਼ ਕੀਤੇ ਹੋਣ, ਇਹ ਸਭ ਕੀ ਇਨਕਰੀਜ਼ ਕਰਦੇ ਨੇ IoT ਦਾ ਕੰਪਲੈਕਸਿਟੀ ਚੈਲੰਜ ਕਿ ਇੰਨਾ ਸਾਰਾ ਕੁਛ ਇਨਵੋਲਵਡ ਹੈ, ਪ੍ਰੋਟੋਕੋਲ, ਸਟੈਂਡਰਡਸ, ਕਿਹੜੇ ਰੂਲਸ ਯੂਜ਼ ਕਰੀਏ, ਕਿੱਦਾਂ ਦੇ ਡਿਵਾਈਸਿਸ ਨੇ, ਉਹ ਆਪਸ ਵਿੱਚ ਕਿਵੇਂ ਇੱਕ ਦੂਜੇ ਨਾਲ ਇੰਟਰਓਪਰੇਟ ਕਰਨਗੇ, ਕਿੱਦਾਂ ਇੱਕ ਦੂਜੇ ਨਾਲ ਕੰਪੈਟੇਬਲ ਹੋਣਗੇ। ਇੱਦਾਂ ਹੁੰਦਾ ਨਾ ਕਿ if you have seen certain students who have iPhone ਆਪਣੇ ਪਰਟੀਕੂਲਰ ਸੋਫਟਵੇਅਰਸ ਹੀ ਯੂਜ਼ ਕਰ ਸਕਦਾ, ਜਿਹੜੇ ਸੋਫਟਵੇਅਰ ਦੂਸਰੇ ਫੋਨਸ 'ਤੇ ਯੂਜ਼ ਹੋ ਸਕਦੇ ਨੇ, ਮੇਬੀ ਉਹ ਤੁਹਾਡੇ ਆਈਫੋਨਸ 'ਤੇ ਨਹੀਂ ਹੋ ਸਕਦੇ। ਤਾਂ ਇੰਟਰਓਪਰੇਟੇਬਿਲਿਟੀ ਚੈਲੰਜਸ ਦਾ, since IoT is all about connecting different kinds of devices, ਤਾਂ ਉਹ ਡਿਵਾਈਸਿਸ ਦੇ ਵਿੱਚ ਬਹੁਤ ਜ਼ਿਆਦਾ ਕੰਪਲੈਕਸਿਟੀ ਇਨਵੋਲਵਡ ਹੈ। ਫਿਰ ਦੂਸਰੀ ਗੱਲ ਹੈ ਕਿ ਚਲੋ ਡਿਵਾਈਸਿਸ ਤਾਂ ਬਹੁਤ ਸਾਰੇ ਇਨਵੋਲਵਡ ਹੀ ਹੈ ਕਿਉਂਕਿ ਇੱਕ ਬਹੁਤ ਨਵਾਂ ਸਬਜੈਕਟ ਹੈ, ਹਾਲੇ ਭਾਵੇਂ ਇਹਨੂੰ 10-15 years ਹੋ ਗਏ ਨੇ, ਬਟ ਸਟਿਲ ਦੇਰ ਇਜ਼ ਸੋ ਮਚ ਟੂ ਐਕਸਪਲੋਰ ਇਨ ਇਟ। ਇਹਦੇ ਵਿੱਚ ਐਕਸਪਰਟਾਈਜ਼ ਇੰਨੀ ਜ਼ਿਆਦਾ ਨਹੀਂ ਹਲੇ ਵੀ ਹੈਗੀ। ਦੇ ਆਰ ਪੀਪਲ ਵਰਕਿੰਗ ਇਨ ਦਿਸ ਏਰੀਆ, ਪਰ ਸਭ ਨੂੰ ਇਹਦੀ ਸਮਝ ਨਹੀਂ ਹੈ ਇਹਦੇ ਵਿੱਚ ਕਿਵੇਂ ਵਰਕ ਕਰਨਾ, ਇਹਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ, ਉਹਦੀ ਐਕਸਪਰਟਾਈਜ਼, ਉਹਦੀ ਇੰਟੈਲੀਜੈਂਸ ਹਲੇ ਸਭ ਦੇ ਵਿੱਚ ਨਹੀਂ ਹੈ। ਫਿਰ ਤੁਹਾਡੇ ਕੋਲ ਸੋਫਟਵੇਅਰ, ਹਾਰਡਵੇਅਰ ਇਹਦੇ ਰਿਲੇਟਡ ਇੰਨੇ ਨਹੀਂ ਨੇ, ਜਿਹੜੇ ਹੈ ਉਹਨਾਂ ਨੂੰ ਤੁਹਾਨੂੰ ਦੇਖਣਾ ਪਊ ਕਿ ਤੁਹਾਡੇ ਡਿਵਾਈਸ ਦੇ ਨਾਲ ਵਰਕ ਕਰ ਰਹੇ ਨੇ ਕਿ ਨਹੀਂ, ਉਹਦੀਆਂ ਕੀ ਲਿਮਿਟੇਸ਼ਨਸ ਨੇ, ਉਹ ਤੁਸੀਂ ਆਪਣੇ ਡਿਵਾਈਸ ਦੇ ਮੁਤਾਬਿਕ ਕਿਵੇਂ ਚਲਾ ਸਕਦੇ ਹੋ। ਤਾਂ ਬਹੁਤ ਜ਼ਿਆਦਾ IoT ਦੇ ਵਿੱਚ ਕੰਪਲੈਕਸਿਟੀ ਇਨਵੋਲਵਡ ਹੈ। ਸੋ ਦਿਸ ਇਜ਼ ਵਨ ਆਫ ਦੀ ਬਿਗ ਚੈਲੰਜਸ, ਕੰਪਲੈਕਸਿਟੀ ਡਿਊ ਟੂ ਦੀ ਨੰਬਰ ਆਫ ਡਿਵਾਈਸਿਸ। ਫਿਰ ਡਾਟਾ ਬਹੁਤ ਜ਼ਿਆਦਾ ਹੈ, ਉਸ ਡਾਟਾ ਨੂੰ ਕਿੱਦਾਂ ਪ੍ਰੋਸੈਸ ਕਰਨਾ, ਡਾਟਾ ਦੀ ਵੀ ਕੰਪਲੈਕਸਿਟੀ ਹੈਗੀ। ਸੋ IoT has this challenge of being complex. Next, power requirements. Now this is a simple thing to understand कि power requirement challenge ਕੀ ਹੈ। ਹੁਣ ਜਿਹੜੇ IoT devices ਨੇ ਉਹਨਾਂ ਨੂੰ ਵਾਈਫਾਈ ਕਨੈਕਸ਼ਨ ਵੀ ਚਾਹੀਦਾ ਡਾਟਾ ਐਕਸਚੇਂਜ ਕਰਨ ਲਈ, ਤਾਂ ਕਿਉਂਕਿ ਉਹ ਇਲੈਕਟ੍ਰੋਨਿਕ ਡਿਵਾਈਸਿਸ ਨੇ, ਇਲੈਕਟ੍ਰੋਨਿਕ ਐਮਬੈਡਡ ਹੈ, ਤਾਂ ਪਾਵਰ ਤਾਂ ਚਾਹੀਦੀ ਹੈ ਤਾਂ ਹੀ ਉਹ ਵਰਕ ਕਰਨਗੇ। ਹੁਣ ਪਾਵਰ ਦਾ ਮੇਰਾ ਤੋਂ ਕੀ ਮਤਲਬ ਹੈ, ਤੁਹਾਡੀ ਇਲੈਕਟ੍ਰੀਸਿਟੀ ਜਿਹੜਾ ਉਹ ਡਿਵਾਈਸ ਨੂੰ, ਜਿਵੇਂ ਕੰਪਿਊਟਰ ਇਲੈਕਟ੍ਰੀਸਿਟੀ ਨਾਲ ਚੱਲਦਾ ਹੈ ਤਾਂ ਉਹ ਡਿਵਾਈਸ ਇਲੈਕਟ੍ਰੀਸਿਟੀ ਨਾਲ ਚੱਲੂਗੀ, ਤੁਹਾਨੂੰ ਪਾਵਰ ਚਾਹੀਦੀ ਹੈ। ਜੇ ਪਾਵਰ ਹੀ ਨਹੀਂ ਹੈਗੀ ਫਿਰ ਤਾਂ ਤੁਹਾਡਾ IoT ਵਾਲਾ ਡਿਵਾਈਸ ਜ਼ੀਰੋ ਹੈ, ਉਹਦਾ ਕੋਈ ਮਕਸਦ ਹੀ ਨਹੀਂ ਹੋਇਆ, ਕੋਈ ਕੰਮ ਹੀ ਨਹੀਂ ਕਰ ਸਕਦਾ ਬਿਨਾਂ ਪਾਵਰ ਤੋਂ। ਤਾਂ ਸਾਰੇ IoT ਡਿਵਾਈਸਿਸ ਨੂੰ ਵਾਈਫਾਈ ਲਈ ਵੀ ਤੁਹਾਨੂੰ ਪਾਵਰ ਚਾਹੀਦਾ ਅਤੇ ਡਿਵਾਈਸ ਲਈ ਵੀ ਪਾਵਰ ਚਾਹੀਦਾ। ਦੋਨੋਂ ਚੀਜ਼ਾਂ ਜੋ ਹਾਰਟ ਆਫ IoT ਹੈ
ਉਹ ਪਾਵਰ ਨਾਲ ਚੱਲਦੀਆਂ, ਤਾਂ ਪਾਵਰ ਇਜ਼ ਅ ਕਰੂਸ਼ੀਅਲ ਰਿਕੁਆਇਰਮੈਂਟ। ਜੇ ਪਾਵਰ ਨਹੀਂ ਹੈ IoT ਹੋਲਡਸ ਨੋ ਮੀਨਿੰਗ। ਤਾਂ ਹੁਣ ਆਪਾਂ ਜਿਵੇਂ ਹਰ ਵੇਲੇ ਕਈ ਵਾਰ ਇੱਦਾਂ ਹੁੰਦਾ ਕਿ ਪਾਵਰ ਨਹੀਂ ਹੈ, ਇਲੈਕਟ੍ਰੀਸਿਟੀ ਨਹੀਂ ਹੈ, ਫਿਰ ਤੁਹਾਡਾ ਡਿਵਾਈਸ ਕੰਮ ਨਹੀਂ ਕਰੂਗਾ, ਤਾਂ ਵੀ ਹੈਵ ਦੀ ਆਪਸ਼ਨ ਕਿ ਜਿਵੇਂ ਮੋਬਾਈਲ ਫੋਨਸ ਵਿੱਚ ਬੈਟਰੀਜ਼ ਨੇ ਨਾ, ਤੁਸੀਂ ਆਪਣੀ ਬੈਟਰੀ ਚਾਰਜ ਕਰ ਲੈਂਦੇ ਹੋ, ਫਿਰ ਮੋਬਾਈਲ ਫੋਨ ਕੁਛ ਚਿਰ ਚੱਲਦਾ। ਇੱਦਾਂ ਹੀ ਆਪਸ਼ਨ ਹੈ ਕਿ ਇਸ ਚੈਲੰਜ ਨੂੰ ਆਪਾਂ ਕਿਵੇਂ ਮਿਟੀਗੇਟ ਕਰ ਸਕਦੇ, ਕਿਵੇਂ ਅਵੋਇਡ ਕਰ ਸਕਦੇ ਕਿ ਆਪਾਂ ਡਿਵਾਈਸਿਸ ਨੂੰ ਬੈਟਰੀਜ਼ ਪ੍ਰੋਵਾਈਡ ਕਰਦੇ ਹਾਂ। ਹੁਣ ਬੈਟਰੀਜ਼ ਵੀ ਤਾਂ ਹਰ ਵੇਲੇ ਨਹੀਂ ਨਾ ਚੱਲਦੀਆਂ, ਆਪਾਂ ਨੂੰ ਉਹਨਾਂ ਨੂੰ ਚਾਰਜ ਕਰਨਾ ਪੈਂਦਾ। ਹੁਣ ਚਾਰਜ ਕਰਨ ਲਈ ਵੀ ਪਾਵਰ ਚਾਹੀਦੀ ਹੈ। ਸੋ ਪਾਵਰ ਰਿਕੁਆਇਰਮੈਂਟ ਇਜ਼ ਵਨ ਚੈਲੰਜ ਕਿ ਆਪਣੇ ਡਿਵਾਈਸਿਸ ਵਿੱਚ ਜੇ ਪਾਵਰ ਹੈ ਤਾਂ ਹੀ ਉਹ ਕੰਮ ਕਰ ਰਹੇ। ਹੁਣ ਉਹ ਅਨਇੰਟਰਪਟਡ ਮਤਲਬ ਬਿਨਾਂ ਰੁਕੇ ਪਾਵਰ ਆਪਣੇ ਡਿਵਾਈਸਿਸ ਨੂੰ ਕਿਵੇਂ ਦੇਣੀ ਹੈ, ਬੈਟਰੀਜ਼ ਥਰੂ, ਬੈਟਰੀਜ਼ ਕਿੱਦਾਂ ਚਾਰਜ ਰੱਖਣੀ ਹੈ, ਦੈਟ ਇਜ਼ ਵਨ ਚੈਲੰਜ। ਦਾ people, the researchers are looking into the options ਕਿ ਆਪਾਂ ਗ੍ਰੀਨ ਪਾਵਰ ਸੋਰਸਿਸ ਯੂਜ਼ ਕਰੀਏ। ਗ੍ਰੀਨ ਪਾਵਰ ਸੋਰਸਿਸ ਦਾ ਕੀ ਮਤਲਬ ਹੈ, ਜਿਵੇਂ ਆਪਾਂ ਇਲੈਕਟ੍ਰੀਸਿਟੀ ਕਿਤੋਂ ਜਨਰੇਟ ਕਰ ਸਕਦੇ ਹਾਂ, ਸਨ ਤੋਂ ਹੁੰਦਾ ਨਾ, ਸੋਲਰ ਡਿਵਾਈਸਿਸ, ਵਿੰਡ ਤੋਂ, ਮਤਲਬ ਇਹ ਆਲਟਰਨੇਟਿਵ ਗ੍ਰੀਨ ਸੋਰਸਿਸ ਆਫ ਐਨਰਜੀ ਯੂਜ਼ ਕਰੀਏ ਰਾਦਰ ਦੈਨ ਕਿ ਜਿਹੜੀ ਆਪਣੀ ਨੋਰਮਲ ਇਲੈਕਟ੍ਰੀਸਿਟੀ ਹੈ, ਤਾਂ ਕਿ ਆਪਾਂ ਅਨਇੰਟਰਪਟਡ ਪਾਵਰ ਦੇ ਸਕੀਏ ਆਪਣੇ IoT ਡਿਵਾਈਸਿਸ ਨੂੰ। ਨੈਕਸਟ ਚੈਲੰਜ ਇਜ਼ ਦੀ ਕਨੈਕਟੀਵਿਟੀ। ਹੁਣ ਜਿਹੜੇ ਡਿਵਾਈਸਿਸ ਨੇ ਉਹ ਕਨੈਕਟਡ ਨੇ ਵਾਈਫਾਈ ਦੇ ਥਰੂ, ਉਹ ਡਾਟਾ ਐਕਸਚੇਂਜ ਕਰਦੇ ਨੇ ਵਾਈਫਾਈ ਦੇ ਥਰੂ। ਜੇ ਹੁਣ ਉਹ ਇੰਟਰਨੈਟ ਕਨੈਕਟੀਵਿਟੀ ਹੀ ਨਹੀਂ ਹੈਗੀ ਡਿਵਾਈਸਿਸ ਦੇ ਵਿੱਚ, ਤਾਂ IoT ਫਿਰ ਤੋਂ ਕੀ ਹੋ ਜਾਊਗਾ, ਜਿਵੇਂ ਪਾਵਰ ਨਹੀਂ ਹੈ ਤਾਂ IoT ਡਿਵਾਈਸਿਸ ਨਹੀਂ ਕੰਮ ਕਰਨਗੇ। ਜੇ IoT ਡਿਵਾਈਸਿਸ ਕੋਲ ਵਾਈਫਾਈ ਡਾਟਾ ਐਕਸਚੇਂਜ ਕਰਨ ਦੀ ਆਪਸ਼ਨ ਹੀ ਨਹੀਂ ਹੈਗੀ, ਅਵੇਲੇਬਿਲਟੀ ਨਹੀਂ ਹੈਗੀ, ਤਾਂ ਉਹ ਡਿਵਾਈਸਿਸ ਕਿੱਦਾਂ ਕੰਮ ਕਰਨਗੇ। ਤਾਂ ਇਸ ਪਾਵਰ ਦੇ ਵਾਂਗ ਡਿਵਾਈਸਿਸ ਕੋਲ ਅਨਇੰਟਰਪਟਡ ਵਾਈਫਾਈ ਵੀ ਹੋਣਾ ਚਾਹੀਦਾ ਕਿ ਉਹ ਆਪਸ ਵਿੱਚ ਡਾਟਾ ਐਕਸਚੇਂਜ ਕਰ ਸਕਣ। ਹੁਣ ਇਹ ਵਾਈਫਾਈ ਮਤਲਬ IoT ਕਨੈਕਟੀਵਿਟੀ ਲਈ ਇੱਕ ਆਪਸ਼ਨ ਆਪਾਂ ਕੋਲ ਹੈਗੀ ਹੈ ਕਿ ਆਪਾਂ ਵਾਇਰਲੈਸ ਫਿਡਿਲਿਟੀ ਵਾਈਫਾਈ ਯੂਜ਼ ਕਰੀਏ। ਹੁਣ ਵਾਈਫਾਈ ਯੂਜ਼ ਕਰਨ ਲਈ ਵੀ ਕੀ ਹੈ ਕਿ ਵਾਈਫਾਈ ਯੂਜ਼ਰ ਨੇਮ ਪਾਸਵਰਡਸ ਯੂਜ਼ ਕਰਦਾ, ਤਾਂ ਜਿੰਨੇ ਡਿਵਾਈਸਿਸ ਵਾਈਫਾਈ ਯੂਜ਼ ਕਰਨਗੇ ਉਹਨਾਂ ਨੂੰ ਪਹਿਲਾਂ ਤਾਂ ਆਹੀ ਪ੍ਰੋਬਲਮ ਆਉਂਦੀ ਕਿ ਆਪਾਂ ਨੂੰ ਉਹਦੇ ਵਿੱਚੋਂ ਕ੍ਰੀਡੈਂਸ਼ੀਅਲਸ ਪਾਉਣੇ ਪੈਣਗੇ। ਹਰ ਡਿਵਾਈਸ ਦੇ ਵਿੱਚ ਜੋ ਕ੍ਰੀਡੈਂਸ਼ੀਅਲ ਚੇਂਜ ਹੋ ਰਹੇ ਨੇ, ਮਤਲਬ ਉਹ ਯੂਜ਼ਰ ਨੇਮ ਪਾਸਵਰਡ ਚੇਂਜ ਹੋ ਰਿਹਾ, ਆਪਾਂ ਨੂੰ ਚੇਂਜ ਕਰਨੇ ਪੈਣਗੇ। ਫਿਰ ਕੁਛ ਬਿਜ਼ਨਸਿਸ, ਕੁਛ ਇੰਡਸਟਰੀਜ਼ ਬਾਹਰ ਦਾ ਵਾਈਫਾਈ ਨਹੀਂ ਯੂਜ਼ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਕਿ ਉਹਨਾਂ ਦਾ ਡਾਟਾ, ਜਿਹੜਾ ਵੀ ਸਰਵਿਸ ਪ੍ਰੋਵਾਈਡਰ ਤੁਹਾਨੂੰ ਵਾਈਫਾਈ ਦੇ ਰਿਹਾ ਹੈ, ਉਹ ਤੁਹਾਡਾ ਡੇਟਾ ਰੀਡ ਕਰ ਸਕਦਾ ਨਾ, ਐਨਾਲਾਈਜ਼ ਕਰ ਸਕਦਾ, ਕਿਉਂਕਿ ਵਾਈਫਾਈ ਤਾਂ ਉਹੀ ਸਰਵਿਸ ਪ੍ਰੋਵਾਈਡ, ਤਾਂ ਉਹ ਨਹੀਂ ਚਾਹੁੰਦੇ ਕਿ ਬਾਹਰ ਦਾ ਕੋਈ ਸਰਵਿਸ ਪ੍ਰੋਵਾਈਡਰ ਦਾ ਉਹ ਵਾਈਫਾਈ ਯੂਜ਼ ਕਰਨ। ਤਾਂ ਵਾਈਫਾਈ ਦਾ ਆਪਣੇ ਆਪ ਵਿੱਚ ਇੱਕ ਚੈਲੰਜ ਹੈ ਕਿ ਤੁਸੀਂ ਵਾਈਫਾਈ ਜੇ ਦੇਣਾ ਤਾਂ ਉਹਦੇ ਲਈ ਤੁਹਾਨੂੰ ਯੂਜ਼ਰ ਨੇਮ ਪਾਸਵਰਡ ਚਾਹੀਦਾ, ਉਹ ਕਿਵੇਂ ਹਰ ਡਿਵਾਈਸ ਵਿੱਚ ਸੈੱਟ ਕਰੋਗੇ। ਫਿਰ ਇਹ ਵੀ ਪ੍ਰੋਬਲਮ ਹੈ ਕਿ ਕਈ ਵਾਰ ਕੁਛ ਇੰਡਸਟਰੀਜ਼ ਨਹੀਂ ਬਾਹਰ ਦਾ ਵਾਈਫਾਈ ਯੂਜ਼ ਕਰਨਾ ਚਾਹੁੰਦੇ ਤਾਂ ਕਿ ਉਹਨਾਂ ਦਾ ਡਾਟਾ ਨਾ ਲੀਕ ਹੋਵੇ। ਫਿਰ ਇੱਦਾਂ ਵੀ ਹੈ ਕਿ ਹਰ ਜਗ੍ਹਾ ਵਾਈਫਾਈ ਅਵੇਲੇਬਲ ਵੀ ਨਹੀਂ ਹੈ। ਇਨ ਸਰਟਨ ਵਿਲੇजेस, ਇਨ ਸਰਟਨ ਰਿਮੋਟ ਏਰੀਆਜ਼ ਸਰਵਿਸ ਪ੍ਰੋਵਾਈਡਰਸ ਵੱਲੋਂ ਵੀ ਵਾਈਫਾਈ ਅਵੇਲੇਬਲ ਨਹੀਂ ਹੈ। ਤਾਂ ਉਹਨਾਂ ਏਰੀਆਜ਼, ਉਹਨਾਂ ਰੀਜਨਸ ਵਿੱਚ ਤਾਂ IoT ਕੈਨੋਟ ਬੀ ਇਨੇਬਲਡ। ਉੱਥੇ ਕਿਵੇਂ ਕੰਮ ਕਰਨਾ ਹੈਗਾ। ਫਿਰ ਤੁਹਾਡੇ ਕੋਲ ਆਪਸ਼ਨ ਹੈ, ਜਿਵੇਂ ਆਪਾਂ ਦੇ ਕਈ ਵਾਰ ਘਰਾਂ 'ਚ ਨਹੀਂ ਵਾਈਫਾਈ ਹੁੰਦਾ ਤਾਂ ਆਪਾਂ ਫੋਨ ਦਾ ਮੋਬਾਈਲ ਡੇਟਾ ਯੂਜ਼ ਕਰਦੇ ਨਾ, ਸੈਲੂਲਰ ਡੇਟਾ, ਜਿਹਨੂੰ ਮੋਬਾਈਲ ਡੇਟਾ ਵੀ ਕਹਿੰਦੇ। ਹੁਣ ਉਹਦਾ ਕੀ, ਉਹਦੇ ਮੰਥਲੀ ਚਾਰਜਸ ਨੇ। ਹੁਣ ਮੰਥਲੀ ਚਾਰਜਸ ਵੀ ਡਿਪੈਂਡ ਕਰਨਗੇ ਕਿ ਤੁਸੀਂ ਕਿੰਨਾ ਡਾਟਾ ਵਰਤ ਰਹੇ। ਜੇ ਆਪਾਂ ਦੇਖਿਆ ਜੇ ਜ਼ਿਆਦਾ ਡਾਟਾ ਵਰਤ ਰਹੇ, ਆਪਣੇ ਜ਼ਿਆਦਾ ਮਹਿੰਗੇ ਪੈਕਸ ਹੁੰਦੇ ਨੇ। ਫਿਰ ਕਿੰਨੇ ਡਿਵਾਈਸਿਸ ਆਪਾਂ ਕਈ ਵਾਰ ਹੌਟਸਪੌਟ ਦਿੰਦੇ ਹਾਂ ਨਾ ਆਪਣੇ ਫੋਨ ਦੇ ਥਰੂ, ਤਾਂ ਇਹ ਵੀ ਲਿਮਿਟੇਸ਼ਨ ਹੈ ਕਿ ਮੋਬਾਈਲ ਜਿਹੜਾ ਡਾਟਾ ਹੈ, ਸੈਲੂਲਰ ਡਾਟਾ ਦੇ ਨਾਲ ਤੁਸੀਂ ਕਿੰਨੇ ਡਿਵਾਈਸਿਸ ਕਨੈਕਟ ਕਰ ਸਕਦੇ ਹੋ, ਫਿਰ ਉਹਦੀਆਂ ਕੌਂਟਰੈਕਟ ਟਰਮਸ। ਤਾਂ ਆਲ ਦੀਜ਼ ਪ੍ਰੋਬਲਮਸ ਕਿ ਕਨੈਕਟੀਵਿਟੀ ਦੀਆਂ ਪ੍ਰੋਬਲਮਸ ਕਿ ਕਿੱਦਾਂ ਉਹ ਆਪਸ ਵਿੱਚ ਡਾਟਾ ਐਕਸਚੇਂਜ ਕਰ ਪਾਉਣ, ਕਿਉਂਕਿ ਸਲੋਲੀ ਐਂਡ ਗ੍ਰੈਜੂਅਲੀ ਆਪਾਂ ਦੇਖਿਆ ਜਿਵੇਂ ਇੰਡੀਆ ਦੇ ਵਿੱਚ ਹੁਣ ਜੀਓ ਹੈਜ਼ ਟੇਕਨ ਓਵਰ, ਆਪਾਂ ਕੋਲ ਵਾਈਫਾਈ ਦੀ ਕਨੈਕਟੀਵਿਟੀ ਆ ਰਹੀ ਹੈ, ਬਟ ਇਟਸ ਨਾਟ ਪੋਸੀਬਲ ਕਿ ਹਰ ਜਗ੍ਹਾ ਉਹ ਵਾਈਫਾਈ ਦੀ ਕਨੈਕਟੀਵਿਟੀ ਹੋਵੇ ਅਤੇ ਉਹ ਸਟਰੋਂਗ ਹੋਵੇ, ਅਨਇੰਟਰਪਟਡ ਹੋਵੇ, ਕਿ ਇੱਦਾਂ ਕਿ ਕੰਟੀਨਿਊਸ ਡਾਟਾ ਜਾ ਰਿਹਾ। ਕਿਉਂਕਿ ਜੇ ਬਾਈ ਚਾਂਸ ਫੋਰ ਸਮ ਰੀਜ਼ਨ ਕਨੈਕਟੀਵਿਟੀ ਟੁੱਟੀ, ਤੁਹਾਡੇ ਡਿਵਾਈਸਿਸ ਨਾਲ ਦੀ ਨਾਲ ਰੁਕ ਜਾਣਗੇ ਕਿਉਂਕਿ ਡਾਟਾ ਨਹੀਂ ਭੇਜ ਪਾ ਰਹੇ। ਅਤੇ ਜਿੱਥੇ ਬਹੁਤ ਕਰੂਸ਼ੀਅਲ ਐਪਲੀਕੇਸ਼ਨਸ ਹੈ, ਜਿੱਥੇ ਆਪਾਂ ਰੀਅਲ ਟਾਈਮ ਮਤਲਬ ਨਾਲ ਦੀ ਨਾਲ ਡਾਟਾ ਭੇਜਣਾ, ਜੇ ਉੱਥੇ ਵਾਈਫਾਈ ਕਨੈਕਟੀਵਿਟੀ ਟੁੱਟੀ ਤਾਂ ਆਪਣਾ ਤਾਂ IoT ਦਾ ਜਿਹੜਾ ਇਨਫਰਾਸਟਰਕਚਰ ਇੱਕਦਮ ਸਟਾਪ ਹੋ ਜਾਊਗਾ। ਸੋ ਵੀ ਨੀਡ ਟੂ ਸੀ ਦਿਸ ਚੈਲੰਜ ਕਿ ਅਨਇੰਟਰਪਟਡ, ਫਿਰ ਉਹ ਵੀ ਲੋ ਕਾਸਟ ਆਪਾਂ ਵਾਈਫਾਈ ਪ੍ਰੋਵਾਈਡ ਕਰ ਸਕੀਏ। ਜੇ ਵਾਈਫਾਈ ਦੀ ਵੀ ਕਨੈਕਟੀਵਿਟੀ ਬਹੁਤ ਮਹਿੰਗੀ ਹੈ ਤਾਂ that is also a problem. So connectivity is also a major challenge because IoT is completely driven by Wi-Fi connectivity to exchange the data.
फिर आंदा डाटा एक्सट्रैक्शन फ्रॉम कंपलैक्स इन्वायरमेंट्स। हुण डाटा एक्सचेंज हो रहा, ਆਪਾਂ सब तो पहला की करते हैं डिवाइसिस है। बेसिक बिल्डिंग ब्लॉक्स विच आपां की कीता सी कि आपां कोल डिवाइसिस है। हुण वो डिवाइसिस सेंस करते हैं डाटा। हुण देखो जदों डाटा सेंस कर रहे ने तो बहुत ज़्यादा डाटा जनरेट हो रहा है। जो मिलियंस ऑफ डिवाइसिस IoT इनेबल्ड है, देखो कितना डाटा हर वेले सेंस होंदा पिया। हुण वो सारा डाटा तो आपां नहीं यूज़ कर सकते ना, आपां उहदे विचों यूजफुल डाटा नूं एक्सट्रैक्ट करते हैं। हुण उस यूजफुल डाटा नूं किद्दां एक्सट्रैक्ट करना है, जिहड़ा डाटा दिनों दिन वधदा जा रहा, एक्सट्रैक्शन किहड़े एल्गोरिदम्स यूज़ करने, वो भी एक चैलेंज है राइट। कि आपां इन्ना जो दिनों दिन डाटा वध रहा है उन्होंने किवें एक्सट्रैक्ट करना है ताकि आप यूजफुल इंफॉर्मेशन उस रिट्रीव कर सके। फिर दूसरी गल देखो, डाटा सैट्स आर नॉट होमोजीनियस। फॉर एग्जाम्पल तुसीं सिर्फ आई सोचो कि तुहाडा एक डिवाइस सीगा जिहड़ा टैंपरेचर मैजर करके काम कर रहा सी। सपोज दो डिवाइसिस ने जो टैंपरेचर मैजर करके काम कर रहे हैं। एक डिवाइस थोड़ा टैंपरेचर सैल्सियस विच मैजर कर रहा, तो तुसीं उहदे ते एल्गोरिदम फीड करता है और सैल्सियस मैजर करता है टैंपरेचर ते अपना कोई एक्शन ले। नाल ही थोड़ी दूर एक होर डिवाइस है तुहाडे घर च, वो भी टैंपरेचर रीड कर रहा पर वो फैरनहाइट्स विच कर रहा, तो तुसीं अपने एल्गोरिदम विच इनपुट फैरनहाइट्स के बेसिस ते दित्ती, तो एल्गोरिदम फैरनहाइट्स ते काम कर रहा। हुण वो दोनों डिवाइसिस भावें सेम काम कर रहे सी पर वो डाटा सैट्स मतलब जो इनपुट डाटा दी जा रही सी वो होमोजीनियस, मतलब वो एक तरह की नहीं सी। वो यूनिट्स रीडिंग दियाँ यूनिट्स एक विच सैल्सियस एक विच फैरनहाइट से डिफरेंट सीगियां। तो हुण जे आपां फैरनहाइट वाले एल्गोरिदम विच देखो सैल्सियस वाला डाटा पावांगे तो काम नहीं करूगा, वो फेल हो जाऊगा ना जब इनपुट ही सही तरीके की नहीं दिती। तो ये भी एक चैलेंज है कि जब आपां कोल डाटा डिफरेंट यूनिट्स डिफरेंट हेट्रोजीनियस आ रहा है डाटा, तो किवें डील करना है। फिर जिवें डिफरेंट सोर्सिस तो आपां कोल डाटा आ रहा है, ਉਹਦੀ इंटीग्रिटी मतलब ਉਹਦੀ ट्रुथफुलनेस कि वो डाटा गलत नहीं है, वो सही है। जो थोड़े डिवाइस ने रीड किया डाटा वो बिल्कुल सही है। इदा हो सकता है कि मेरा टैंपरेचर मैजरिंग डिवाइस घर में लाया सी, वो घर का टैंपरेचर मैजर करता, तो जब उन्होंने लगता है कि टैंपरेचर हाई है, बहुत गर्मी है, वो AC ऑन कर दिंदा है। हुण मे बी फॉर सम रीजन ਉਹਦੇ ਵਿੱਚ ਕੋਈ ਫੇਲੀਅਰ ਆ ਗਿਆ डिवाइस ਦੇ ਵਿੱਚ ਜਾਂ सम रीजन जो डाटा उन्हें रीड किया वो गलत सी, तो एवें ही सर्दी दे विच भी AC चलाता ड्यू टू जस्ट सम प्रॉब्लम। तो वॉट इज़ द इंटीग्रिटी कि जो उन्हें डाटा रीड किया वो गलत नहीं सी, वो किवें चैक करिए कि सम रीजन करके वो गलत नहीं रीड किया। ये भी एक चैलेंज है कि वो हमेशा करैक्ट डाटा रीड करे। दैन नीड फॉर रियल टाइम एनालिसिस। देयर आर सर्टन एप्लीकेशन जिहदे विच आपां नूं डाटा नाल दी नाल प्रोसैस करना पैंदा, जिवें पिछले लैक्चर्स विच भी मैं डिस्कस कीता सी, जिहड़ियां स्पेस दे विच रॉकेट्स एक्सैक्ट्रा जांदे ने, शटल्स जांदियां ने, उन्हां नूं डाटा नूं नाल दी नाल प्रोसैस करना। जे नाल दी नाल नहीं प्रोसैस कर रहे, मे बी तुहाडा कोई बहुत गलत रिजल्ट बाहर आ सकदा, रॉकेट किते जाके हिट करे या अपने ऑर्बिट विचों निकल जे, तो डाटा नूं नाल दी नाल किद्दां प्रोसैस करना है, दैट्स वन मोर चैलेंज। एंड द बिगेस्ट चैलेंज इज़ कि जो इन्ना ज़्यादा डाटा डेली बेसिस पे जनरेट हो रहा है उन्होंने किद्दां हैंडल करना है ताकि उहदे विचों यूजफुल इंफॉर्मेशन रिट्रीव की जा सके। नेक्स्ट we come to the top most challenge, the security and the privacy challenge। ये आपां अगले लेक्चर्स विच एक फुल यूनिट भी पढ़ांगे। दिस इज़ वन ऑफ द मेजर चैलेंजेस ऑफ योर IoT। हुण देखो IoT है डाटा दे बारे, डाटा जो वाईफाई के थ्रू एक्सचेंज करते पे वो डाटा रिलेटेड किहदे नाल है, भावें वो डिवाइसिस का डाटा है कि डिवाइसिस कुछ सेंस कर रहे हैं तो डाटा नूं यूजफुल एक्सट्रैक्ट करके कुछ एक्शन ले रहे हैं, पर वो डाटा रिलेटेड तो डायरैक्टली या इनडायरैक्टली ह्यूमनस नाल है ना। ह्यूमनस लिए वो डिवाइसिस भी कुछ करते पे ने। हुण वो ह्यूमन का ही एक तरह का डाटा है। जे अपने घर के टैंपरेचर का डाटा है या सपोज थोड़े हैल्थ केयर के रिलेटेड कि थोड़े एक स्मार्ट वॉच है जो थोड़ा BP मैजर कर रही है, तो वह डाटा सेंड कर रही है थोड़े डॉक्टर नूं उहदे स्मार्ट वॉच से, ताकि वो तुहानूं मैडिसिन या दस सके कि थोड़ा BP से थोड़ा डाटा एक्सचेंज हो रहा है। हुण तुसीं अपने डाटा नूं प्राइवेट रखना चाहुंदे, इदां नहीं कि कोई भी थोड़ी हैल्थ का डाटा रीड कर सके, उन्होंने पता चल जाए तुहानूं आह प्रॉब्लम है, हैल्थ प्रॉब्लम आ बीमारी है। यू डोंट वांट टू टेल एवरीबडी, तो देयर कुड बी मैनी सच सिनारियोज जिथे तुसीं अपना डाटा प्राइवेट रखना चाहुंदे हो, सिक्योर रखना चाहुंदे हो, सिर्फ तुहाडे लई या जिस डिवाइस नूं तुसीं भेजना चाहुंदे हो, जिस सर्विस प्रोवाइडर नूं।
बट क्योंकि IoT बहुत ही न्यू सब्जेक्ट है, ਇਹਦੇ ਵਿੱਚ ਆਪਾਂ ਡਾਟਾ ਤਾਂ ਐਕਸਚੇਂਜ ਕਰ ਰਹੇ ਹਾਂ, ਬਟ ਇਟ ਇਜ਼ ਕੰਪਲੀਟਲੀ ਬਲੈਕ ਟਿਲ ਨਾਓ ਕਿ ਉਹ ਡਾਟਾ ਸਿਕਿਉਰਲੀ ਕਿੱਦਾਂ ਐਕਸਚੇਂਜ ਕਰੀਏ, ਉਹ ਡਾਟਾ ਕੋਈ ਹੋਰ ਨਾ ਮਿਸਯੂਜ਼ ਕਰ ਸਕੇ ਆਪਣੇ ਫਾਇਦੇ ਲਈ। ਉਹ ਆਪਾਂ ਕਿਵੇਂ ਪ੍ਰੋਟੈਕਟ ਕਰਨਾ ਹੈ, ਦਿਸ ਇਜ਼ ਵਨ ਆਫ ਦੀ ਬਿਗੇਸਟ ਚੈਲੰਜ। ਫਿਰ ਦਿਸ ਇਜ਼ ਵਨ ਚੈਲੰਜ ਕਿ ਉਹ ਡਾਟਾ ਕੋਈ ਰੀਡ ਨਾ ਕਰ ਸਕੇ। ਸੈਕਿੰਡ ਇਜ਼ ਜਿਹੜੇ ਆਪਾਂ ਡਿਵਾਈਸਿਸ ਯੂਜ਼ ਕਰ ਰਹੇ ਹਾਂ ਵਾਈਫਾਈ ਇਨੇਬਲ ਨੇ, ਵਾਈਫਾਈ ਨੂੰ ਤੁਸੀਂ ਦੇਖਿਆ ਚਲਾਉਣ ਲਈ ਤੁਸੀਂ ਵੀ ਯੂਜ਼ਰ ਨੇ ਪਾਸਵਰਡ ਸੈੱਟ ਕੀਤਾ ਹੁੰਦਾ ਨਾ। ਮੋਸਟਲੀ ਜਿਹੜੇ ਡਿਵਾਈਸਿਸ IoT ਵਾਲੇ ਹੈਗੇ ਨੇ ਉਹਨਾਂ ਵਿੱਚ ਜਿੱਥੋਂ ਤੁਸੀਂ ਉਹ ਡਿਵਾਈਸ ਖਰੀਦਿਆ ਸਮਾਰਟ ਡਿਵਾਈਸ, ਉਹ ਤੁਹਾਨੂੰ ਇੱਕ ਡਿਫੋਲਟ ਪਾਸਵਰਡ ਦਿੰਦੇ ਨੇ ਕਿ ਚਲੋ ਆਹ ਵਾਈਫਾਈ 'ਚ ਕਨੈਕਟ ਕਰੋਗੇ, ਆਹ ਡਿਫੋਲਟ ਪਾਸਵਰਡ ਹੈ ਤੁਹਾਡੇ ਡਿਵਾਈਸ ਦਾ, ਇਹ ਰੱਖ ਲਓ, ਇਹਨੂੰ ਯੂਜ਼ ਕਰੋ। ਤਾਂ ਮੋਸਟਲੀ ਆਪਾਂ ਕੀ ਕਰਦੇ ਹਾਂ, ਵੀ ਡੋਂਟ ਬੋਦਰ ਕਿ ਆਪਾਂ ਆਪਣੇ ਡਿਵਾਈਸ ਦਾ ਪਾਸਵਰਡ ਯੂਜ਼ਰ ਨੇਮ ਚੇਂਜ ਕਰੀਏ, ਆਪਾਂ ਉਹੀ ਯੂਜ਼ ਕਰਦੇ ਰਹਿੰਦੇ ਹਾਂ। ਤਾਂ ਇੱਦਾਂ ਹੋ ਸਕਦਾ ਜੇ ਕੋਈ ਸਾਈਬਰ ਅਟੈਕਰ ਹੈ, ਕੋਈ ਅਟੈਕਰ ਹੈ, ਉਹ ਤੁਹਾਡੇ ਕੋਂਬੀਨੇਸ਼ਨਸ ਟਰਾਈ ਕਰੇ ਕਿ ਮੋਸਟਲੀ ਤਾਂ ਡਿਵਾਈਸਿਸ ਦਾ ਕੰਪਨੀਜ਼ ਆਹੀ ਯੂਜ਼ਰ ਨੇਮ ਪਾਸਵਰਡ ਸੈੱਟ ਕਰਦੇ, ਚਲੋ ਇਹ ਭਰ ਕੇ ਦੇਖੋ, ਅਤੇ ਜੋ ਚੱਲ ਗਿਆ ਮੇ ਬੀ ਤੁਹਾਡਾ ਡਿਵਾਈਸ ਕਿਸੇ ਵੱਲੋਂ ਹੈਕ ਹੋ ਸਕਦਾ। ਤਾਂ ਦਿਸ ਇਜ਼ ਅਨਦਰ ਸਿਕਿਉਰਿਟੀ ਪ੍ਰੋਬਲਮ ਕਿ IoT ਇਨੇਬਲ ਡਿਵਾਈਸਿਸ ਸਿੰਸ most of them have username passwords defaults and we don't bother to change them, ਤਾਂ ਸਾਡੇ devices prone ਨੇ attack ਤੋਂ। then as I discussed ਤੁਹਾਡਾ ਡਾਟਾ ਸਿਕਿਉਰ ਪ੍ਰਾਈਵੇਟ ਨਹੀਂ ਹੈ, ਉਹਨੂੰ ਕੋਈ ਵੀ ਰੀਡ ਕਰ ਸਕਦਾ, ਉਹਨੂੰ ਸਿਕਿਉਰਲੀ ਕਿੱਦਾਂ ਐਕਸਚੇਂਜ ਕਰੀਏ ਤਾਂ ਕਿ ਤੁਹਾਡਾ ਡੇਟਾ ਨਹੀਂ ਕੋਈ ਹੋਰ ਪਰਪਸ। ਸੋ ਦੈਟਸ ਦੀ ਫਰਸਟ ਪੁਆਇੰਟ ਕਿ ਡਾਟਾ ਆਪਾਂ ਕੌਨਸਟੈਂਟਲੀ ਹਾਰਨੈਸ ਮਤਲਬ ਜਨਰੇਟ ਕਰਦੇ ਪਏ ਹਾਂ, ਐਕਸਚੇਂਜ ਕਰਦੇ ਪਏ ਹਾਂ, ਤਾਂ ਉਹ ਕਲਾਊਡਸ 'ਤੇ ਜਿਵੇਂ ਸਟੋਰ ਹੋ ਰਿਹਾ ਹੈ ਐਜ਼ ਆਈ ਡਿਸਕਸਡ ਇਨ ਦੀ ਬਿਗਨਿੰਗ ਕਿ ਕਿੰਨਾ ਸਿਕਿਉਰ ਹੈ ਜਿਹੜਾ ਤੁਸੀਂ ਕਿਸੇ ਐਕਸਟਰਨਲ ਮੈਮਰੀ 'ਚ ਰੱਖਿਆ। ਹੁਣ ਉਹ ਡਾਟਾ ਕਈ ਵਾਰ ਕੰਪਨੀਜ਼ ਦੂਜੇ ਕੰਪਨੀਜ਼ ਨੂੰ ਵੇਚ ਵੀ ਦਿੰਦੀਆਂ, ਜਿਵੇਂ ਡਿਵਾਈਸਿਸ ਤੋਂ ਡਾਟਾ ਕਲੈਕਟ ਹੋ ਰਿਹਾ, ਆਪਣੇ ਮੋਬਾਈਲ ਨੰਬਰਸ ਆਪਾਂ ਦੇਖੀਏ ਕਈ ਵਾਰ ਆਪਾਂ ਨੂੰ ਐਵੇਂ ਰੈਂਡਮ ਕਾਲਸ ਆਉਂਦੇ ਰਹਿੰਦੇ ਨੇ ਜਿੱਥੇ ਆਪਾਂ ਆਪਣਾ ਨੰਬਰ ਨਹੀਂ ਵੀ ਦਿੱਤਾ ਹੁੰਦਾ। ਉਹ ਡਾਟਾ ਮਤਲਬ ਜਿਹੜੇ ਆਪਾਂ ਮੋਬਾਈਲ ਫੋਨ 'ਚ ਐਪਸ ਡਾਊਨਲੋਡ ਕਰ ਰਹੇ ਹੋ, ਕਿਸੇ ਤਰ੍ਹਾਂ ਜੋ ਡਾਟਾ ਸਾਡਾ ਇਕੱਠਾ ਹੋ ਰਿਹਾ ਮੋਬਾਈਲ ਤੋਂ ਕਿਤੇ ਅੱਗੇ ਕੰਪਨੀ ਨੂੰ ਸੈਲ ਕਰ ਰਹੇ ਨੇ ਫॉर देयर ਪ੍ਰੋਫਿਟ, ਐਂਡ ਉਹਨਾਂ ਨੂੰ ਮਿਸਯੂਜ਼ ਕਰ ਰਹੇ ਨੇ ਸਾਨੂੰ ਕਾਲ ਕਰਕੇ ਆਪਣੇ ਪ੍ਰੋਡਕਟਸ ਵੇਚਣ ਲਈ। ਥਰਡ, ਹਾਲੇ ਕੋਈ ਇੱਦਾਂ ਦੇ ਪ੍ਰਾਈਵੇਸੀ ਰੂਲਸ ਵੀ ਨਹੀਂ ਬਣੇ ਕਿ ਆਪਾਂ ਡਾਟਾ ਨੂੰ ਕਿਵੇਂ ਪ੍ਰੋਟੈਕਟ ਕਰਨਾ, ਕਿਉਂਕਿ IoT ਫਰੈਸ਼ ਹੈ, ਸਾਰੇ ਕੰਪਨੀਜ਼ ਨੂੰ ਇੱਦਾਂ ਕਿ ਅਸੀਂ ਬਸ IoT ਇਨੇਬਲ ਡਿਵਾਈਸਿਸ ਬਣਾਈਏ, ਉਹਨਾਂ ਨੂੰ ਵੇਚੀਏ ਤਾਂ ਕਿ ਸਾਡਾ ਪ੍ਰੋਫਿਟ ਹੋਵੇ। ਦੇ ਨੋਟ ਈਵਨ ਸਟਿਲ ਬੋਦਰਿੰਗ, ਇੰਨੇ ਜ਼ਿਆਦਾ ਨਹੀਂ ਹਾਲੇ ਰੂਲਸ ਲਾਜ਼ ਆਏ ਕਿ ਡਿਵਾਈਸਿਸ ਸਿਕਿਉਰ ਹੋਣ, ਇਹਨਾਂ ਨੂੰ ਕਿਵੇਂ ਸਿਕਿਉਰ ਬਣਾਉਣਾ ਹੈ ਗਵਰਨਮੈਂਟ ਵੱਲੋਂ, ਇੰਨੀਆਂ ਕੋਈ ਹਾਲੇ ਰਿਸਟ੍ਰਿਕਸ਼ਨਸ ਨਹੀਂ ਆਈਆਂ। ਡਿਵਾਈਸ ਬੰਦ ਹੈ, ਉਹਨੂੰ ਵੇਚ ਦਿੱਤਾ ਜਾਂਦਾ ਜਿਹੜਾ IoT ਇਨੇਬਲ। ਹੁਣ ਉਹ 'ਚ ਡਾਟਾ ਜੋ ਤੁਸੀਂ ਐਕਸਚੇਂਜ ਕਰ ਰਹੇ ਹੋ, ਭਾਵੇਂ ਤੁਹਾਡੀ ਸਮਾਰਟ ਵਾਚ ਦਾ ਡਾਟਾ ਹੈ ਜਿਹੜਾ ਤੁਸੀਂ ਵਾਈਫਾਈ ਦੇ ਉੱਤੇ ਐਕਸਚੇਂਜ ਕਰ ਰਹੇ ਕਿਸੇ ਹੋਰ ਡਿਵਾਈਸ ਦਾ, ਉਹਨੂੰ ਕਿਵੇਂ ਪ੍ਰੋਟੈਕਟ ਕਰਨਾ, ਉਹ ਡਿਵਾਈਸ ਉਹਨੂੰ ਕਿੱਦਾਂ ਸਾਂਭ ਕੇ ਰੱਖ ਰਿਹਾ, ਇੱਦਾਂ ਦੇ ਹਾਲੇ ਕੋਈ ਰੂਲਸ ਐਂਡ ਲਾਜ਼ ਜ਼ਿਆਦਾ ਹੈ ਹੀ ਨਹੀਂ। ਤਾਂ ਵੋਟ ਅਬਾਊਟ ਦੈਟ। ਫਿਰ ਨੈਕਸਟ ਚੈਲੰਜ, ਜਿਹੜਾ ਡਾਟਾ ਤੁਹਾਨੂੰ ਹੁਣ ਨਹੀਂ ਚਾਹੀਦਾ, ਆਪਾਂ ਡੇਲੀ ਬਹੁਤ ਡਾਟਾ ਜਨਰੇਟ ਕਰ ਰਹੇ ਇੱਕ ਡਿਵਾਈਸ, ਉਹ ਜਿਹੜਾ ਨਹੀਂ ਚਾਹੀਦਾ ਉਹਨੂੰ ਕਿਵੇਂ ਡਿਸਪੋਜ਼ ਆਫ ਕਰਨਾ, ਉਹਨੂੰ ਜੇ ਡਿਲੀਟ ਕਰਨਾ ਉਹ ਕਿੱਦਾਂ ਡਿਲੀਟ ਹੋਊਗਾ, ਉਹਦਾ ਵੀ ਕਿਸੇ ਨੂੰ ਕੁਛ ਨਹੀਂ ਪਤਾ। ਇਟਸ ਆਲ ਬਲੈਕ। ਸਿਕਿਉਰਿਟੀ ਇਜ਼ ਵਨ ਆਫ ਦੀ ਮੇਜਰ ਚੈਲੰਜਸ। ਇੰਨੇ ਸਾਰੇ ਸਿਕਿਉਰਿਟੀ ਲੂਪ ਹੋਲਸ ਨੇ IoT ਦੇ ਵਿੱਚ ਵਿਚ ਨੀਡ ਟੂ ਬੀ ਲੁਕਡ ਆਫਟਰ। ਸੋ ਵੀ ਹੈਵ ਇਨਸਫੀਸ਼ੀਐਂਟ ਔਥੈਂਟੀਕੇਸ਼ਨ ਕਿ ਆਪਾਂ ਡਿਫੋਲਟ ਪਾਸਵਰਡਸ ਨਹੀਂ ਚੇਂਜ, ਇਨਸਫੀਸ਼ੀਐਂਟ ਅਪਡੇਟਸ। ਇਹਦਾ ਕੀ ਮਤਲਬ ਹੈ ਕਿ ਇੱਕ ਡਿਵਾਈਸ ਬਣਿਆ, ਆਪਾਂ ਦੇਖਿਆ ਨਾ ਜਦ ਲੈਪਟਾਪ ਵਿੱਚ ਆਪਾਂ ਆਪਣਾ ਵਿੰਡੋਜ਼ ਇੰਸਟਾਲ ਕਰਦੇ ਹਾਂ, ਥੋੜ੍ਹੀ ਦੇਰ ਬਾਅਦ ਇੰਸਟਾਲਸ ਆਉਂਦੇ ਰਹਿੰਦੇ, ਜਾਂ ਤੁਹਾਡੇ ਮੋਬਾਈਲ ਫੋਨਸ ਵਿੱਚ ਵੀ ਕਿ ਸੋਫਟਵੇਅਰ ਅਪਡੇਟ ਹੈ, ਅਪਡੇਟ ਯੋਰ ਮੋਬਾਈਲ ਫੋਨ। ਉਹ ਕਿਉਂ ਆਉਂਦੇ ਨੇ ਕਿ ਉਹ ਕੰਪਨੀ ਦੇਖਦੀ ਹੈ ਕਿ ਇੱਦਾਂ ਦੇ ਅਟੈਕਸ ਸਾਡੇ ਮੋਬਾਈਲ ਫੋਨ 'ਤੇ ਹੋਏ, ਵਾਇਰਸਿਸ ਇਨਫੈਕਟ ਕਰ ਸਕਦੇ ਹਾਂ, ਤਾਂ ਉਹ ਥੋੜ੍ਹੀ ਆਪਣੀ ਕੋਡਿੰਗ ਸੋਫਟਵੇਅਰ ਚੇਂਜ ਕਰਦੇ ਨੇ ਅਤੇ ਤੁਹਾਨੂੰ ਅਪਡੇਟ ਭੇਜਦੇ ਨੇ ਕਿ ਹੁਣ ਆਹ ਵਾਲੀ ਕੋਡਿੰਗ ਇੰਸਟਾਲ ਕਰ ਲਓ ਆਪਣੇ ਸਿਸਟਮ ਫੋਨ ਲਈ ਜਾਂ ਲੈਪਟਾਪ ਲਈ, ਤਾਂ ਕਿ ਜੋ ਆ ਵਾਇਰਸ ਕਿਸੇ ਨੇ ਅਟੈਕਰ ਨੇ ਬਣਾਈ ਉਹ ਤੁਹਾਨੂੰ ਇਨਫੈਕਟ ਨਾ ਕਰ ਸਕੇ। ਬਟ IoT ਡਿਵਾਈਸਿਸ ਵਿੱਚ ਕੀ ਹੋ ਰਿਹਾ ਕਿ ਕੰਪਨੀਜ਼ IoT ਡਿਵਾਈਸਿਸ ਬਣਾ ਰਹੇ ਨੇ, ਪਹਿਲਾਂ ਹੀ ਉਹ ਇੰਨੇ ਸਿਕਿਉਰਿਟੀ ਨੂੰ ਲੈ ਕੇ ਕੰਸਰਨ ਨਹੀਂ ਸੀ ਹੁਣ ਤੱਕ, ਬਟ ਦਿਸ ਇਜ਼ ਅ ਚੈਲੰਜ। ਉਹ ਅਪਡੇਟਸ ਬੋਦਰ ਹੀ ਨਹੀਂ ਕਰਦੇ ਕਿ ਅਪਡੇਟਸ ਭੇਜੇ ਜਾਣ, ਤਾਂ ਸਾਈਬਰ ਅਟੈਕਰ ਇਟਸ ਵੈਰੀ ਈਜ਼ੀ ਫॉर ਦੈਮ ਕਿ ਉਹ ਉਹਦੀਆਂ ਵਲਨਰੇਬਿਲਟੀਜ਼ ਕਿ ਉਹਦੀਆਂ ਲੂਪ ਹੋਲਸ ਲੱਭ ਕੇ ਤੁਹਾਡੇ ਡਿਵਾਈਸ ਨੂੰ ਅਟੈਕ ਕਰ ਸਕਣ। ਉਹਨਾਂ ਲਈ ਅਪਡੇਟਸ ਬਹੁਤ ਘੱਟ ਆ ਰਹੇ ਨੇ, ਵਿਚ ਇਜ਼ ਅਨਦਰ ਥਿੰਗ ਜਿਹਨੂੰ ਦੇਖਣ ਦੀ ਜ਼ਰੂਰਤ ਹੈ। ਫਿਰ ਲੈਕ ਆਫ ਟਰਾਂਸਪੋਰਟ ਇਨਕ੍ਰਿਪਸ਼ਨ। ਇਨਕ੍ਰਿਪਸ਼ਨ ਦਾ ਕੀ ਮਤਲਬ ਹੁੰਦਾ, ਜਿਵੇਂ ਤੁਸੀਂ ਕਿਸੇ ਨੂੰ ਟੈਕਸਟ ਭੇਜਣਾ ਹੈ, ਹਾਈ ਮਾਈ ਨੇਮ ਇਜ਼ ਰੀਆ, ਇੱਕ ਤਾਂ ਸਿੱਧਾ ਇੰਗਲਿਸ਼ ਵਿੱਚ ਟੈਕਸਟ ਭੇਜਦਾ ਹਾਈ ਮਾਈ ਨੇਮ ਇਜ਼ ਰੀਆ, ਇੱਕ ਹੁੰਦਾ ਇਹਨੂੰ ਨਾ ਕਨਵਰਟ ਕਰਕੇ ਇੱਦਾਂ ਭੇਜੀਏ ਕਿ ਜਿਹਨੂੰ ਭੇਜਿਆ ਬਸ ਉਹਨੂੰ ਸਮਝ ਲੱਗੇ
ਦੂਸਰੇ ਨੂੰ, ਕਿਸੇ ਨੂੰ ਹੋਰ ਨੂੰ, ਥਰਡ ਬੰਦੇ ਨੂੰ ਸਮਝ ਨਾ ਲੱਗੇ। ਉਹਨੂੰ ਕਹਿੰਦੇ ਇਨਕ੍ਰਿਪਟ ਕਰ ਦੇਣਾ ਡਾਟਾ ਨੂੰ, ਕਿ ਕਿਸੇ ਹੋਰ ਫਾਰਮ 'ਚ ਕਨਵਰਟ ਕਰ ਦੇਣਾ ਜਿਹੜਾ ਸਿਰਫ ਇੰਟੈਂਡਡ ਯੂਜ਼ਰ ਨੂੰ ਸਮਝ ਲੱਗੇ, ਕਿਸੇ ਹੋਰ ਥਰਡ ਬੰਦੇ ਨੂੰ ਸਮਝ ਨਾ ਲੱਗੇ। ਤਾਂ ਇਹਦੇ ਵੇਰੀਅਸ ਐਲਗੋਰਿਦਮਸ ਹੁੰਦੇ ਇੱਦਾਂ ਕਰਨ ਦੇ। ਤਾਂ ਉਹ ਇਨਕ੍ਰਿਪਟ ਕਰਕੇ ਡਾਟਾ ਨੂੰ ਭੇਜਣ ਦੀ ਤਾਂ ਹਾਲੇ ਕੋਈ ਫੈਸਿਲਿਟੀ ਹੈ ਹੀ ਨਹੀਂ। ਆਪਾਂ ਸਿੰਪਲੀ ਨੋਰਮਲੀ ਡਾਟਾ ਆਪਣਾ ਟ੍ਰਾਂਸਫਰ ਕਰਦੇ ਪਏ। ਫਿਰ ਡਿਫੌਲਟ ਕ੍ਰੈਡੈਂਸ਼ੀਅਲਸ ਦਾ ਕੀ ਮਤਲਬ ਹੈ ਕਿ ਆਪਾਂ ਜੋ ਡਿਫੌਲਟ ਯੂਜ਼ਰ ਨੇਮ ਪਾਸਵਰਡ ਆਇਆ ਬਸ ਉਹੀ ਰੱਖ ਰਹੇ, ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਬਹੁਤ ਰੇਅਰਲੀ ਕਰਦੇ। ਤਾਂ ਸਿਕਿਉਰਿਟੀ ਔਨ ਦੀ ਹੋਲ ਇਜ਼ ਅ ਵੈਰੀ ਵੈਰੀ ਬਿਗ ਚੈਲੰਜ, ਕਿਉਂਕਿ ਵੀ ਹੈਵ ਇਨੋਰਮਸ ਡਾਟਾ, ਬਹੁਤ ਜ਼ਿਆਦਾ ਡਾਟਾ ਜੋ ਐਕਸਚੇਂਜ ਹੋ ਰਿਹਾ, ਅਤੇ ਉਸ ਡਾਟਾ ਨੂੰ ਕਿੱਦਾਂ ਸਿਕਿਉਰਲੀ ਐਕਸਚੇਂਜ ਕਰਨਾ ਹੈ ਜਾਂ ਪ੍ਰੋਟੈਕਟ ਕਰਨਾ ਹੈ ਸਾਈਬਰ ਅਟੈਕਰਸ ਤੋਂ, ਜਾਂ ਡਿਵਾਈਸਿਸ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਹੈ। there is so much research needed into this field कि this is one of the best research areas into which you computer science students can look forward to. फिर apart from these challenges बच्चे which we have already discussed, there is another challenge of the electronic waste. electronic waste तो की मतलब है मेरा IoT ਵਿੱਚ ਕਿ ਆਪਾਂ ਦੇਖੋ ਡਾਟਾ ਜਨਰੇਟ ਕਰ ਰਹੇ ਹਾਂ, ਤੁਸੀਂ ਕਾਗਜ਼ 'ਤੇ ਕੁਛ ਲਿਖਦੇ ਹੋ, ਤੁਹਾਨੂੰ ਕਾਗਜ਼ ਨਹੀਂ ਚਾਹੀਦਾ, ਤੁਸੀਂ ਉਹਨੂੰ ਫਾੜ ਕੇ ਸੁੱਟ ਦਿੰਦੇ। ਬੱਚੇ ਦਾ ਆਪਣਾ ਇਲੈਕਟ੍ਰੋਨਿਕ ਡਾਟਾ, ਇੰਨਾ ਡਾਟਾ ਐਕਸਚੇਂਜ ਹੋ ਰਿਹਾ, ਕੁਛ ਚਿਰ ਤੋਂ ਬਾਅਦ ਮੇ ਬੀ ਆਪਾਂ ਨੂੰ ਟੈਂਪਰੇਚਰ ਵਾਲਾ ਡਾਟਾ ਚਾਹੀਦਾ ਹੀ ਨਹੀਂ ਥਰਮੋਮੀਟਰ, ਤਾਂ ਉਹਨੂੰ ਕਿੱਦਾਂ ਜਿੱਥੇ ਉਹ ਮੈਮਰੀ ਵਿੱਚ ਸਟੋਰ ਉਹਨੂੰ ਰਿਮੂਵ ਕਰਨਾ ਹੈ, ਜਾਂ ਫਿਰ ਜਿਹੜੀਆਂ ਆਪਣੀਆਂ ਮੈਮਰੀਜ਼ ਫੁੱਲ ਹੋ ਗਈਆਂ, ਓਬਸਲੀਟ ਹੋ ਗਈਆਂ, ਉਹਨਾਂ ਦੀ ਜਗ੍ਹਾ ਨਵੀਆਂ ਮੈਮਰੀਜ਼ ਆ ਗਈਆਂ ਨੇ, ਨਵੇਂ IoT ਡਿਵਾਈਸਿਸ ਆ ਗਏ। ਜਿਵੇਂ ਤੁਸੀਂ ਦੇਖਿਆ ਮੋਬਾਈਲ ਫੋਨ ਪਹਿਲਾਂ ਆਪਣੇ ਆਉਂਦੇ ਸੀ ਟੱਚ ਸਕਰੀਨ ਤੋਂ ਬਿਨਾਂ ਵਾਲੇ, ਹੁਣ ਟੱਚ ਸਕਰੀਨ ਵਾਲੇ ਆ ਗਏ, ਅਤੇ ਸਭ ਨੇ ਉਹ ਜਿਹੜੇ ਨੋਰਮਲ ਫੋਨ ਵਰਤਣੇ ਬੰਦ ਕਰਤੇ, ਉਹ ਸੁੱਟਤੇ। ਬਟ ਉਹਨਾਂ ਨੂੰ ਕਿਵੇਂ ਡਿਸਪੋਜ਼ ਆਫ ਕੀਤਾ? ਉਹ ਮੇ ਬੀ ਇੱਥੇ ਕਿਤੇ ਆਪਣੇ ਰੁਲਦੇ ਪਏ ਹੋਣਗੇ। ਵਾਟ ਇਜ਼ ਦੀ ਪ੍ਰੋਪਰ ਡਿਸਪੋਜ਼ਿੰਗ ਆਫ ਮੈਥਡ? ਉਹ ਕਿੱਦਾਂ ਇਲੈਕਟ੍ਰੋਨਿਕ ਵੇਸਟ ਜਿਹੜਾ IoT ਡਿਵਾਈਸਿਸ ਕਰਕੇ ਜਨਰੇਟ ਹੋ ਰਿਹਾ, ਹਾਰਡਵੇਅਰ ਜਾਂ ਸੋਫਟਵੇਅਰ ਦੇ ਟਰਮਸ ਵਿੱਚ, ਉਹ ਕਿੱਦਾਂ ਡਿਸਪੋਜ਼ ਆਫ ਕਰਨਾ, ਉਹਦੀ ਕਿਸੇ ਨੂੰ ਕੋਈ ਕਲੈਰਿਟੀ ਨਹੀਂ। ਐਂਡ ਨੋਬਡੀ ਇਜ਼ ਯੈਟ ਲੁਕਿੰਗ ਫੁੱਲੀ ਇਨਟੂ ਇਟ ਕਿ ਇਲੈਕਟ੍ਰੋਨਿਕ ਵੇਸਟ ਨੂੰ ਕਿੱਦਾਂ ਡਿਸਕਾਰਡ ਕਰਨਾ। ਸੋ ਦੈਟਸ ਆਲਸੋ ਵਨ ਮੇਜਰ ਚੈਲੰਜ ਕਿ IoT ਡਿਵਾਈਸਿਸ ਵੀ ਬਣੀ ਜਾ ਰਹੇ, ਡਾਟਾ ਵੀ ਬਣੀ ਜਾ ਰਿਹਾ, ਬਟ ਜਿਹੜੇ ਡਿਵਾਈਸਿਸ ਓਲਡ ਹੋ ਰਹੇ ਉਹਨਾਂ ਨੂੰ ਕਿਵੇਂ ਡਿਸਪੋਜ਼ ਆਫ ਕਰਨਾ, ਉਹਦੇ ਬਾਰੇ ਵੀ ਬਹੁਤ ਜ਼ਿਆਦਾ ਰਿਸਰਚ ਕਰਨ ਦੀ ਜ਼ਰੂਰਤ ਹੈ, ਬਹੁਤ ਸਕੋਪ ਹੈ। ਸੋ ਥੀਜ਼ ਆਰ ਦੀ major challenges of IoT. Thank you so much.